ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਜਿਵੇਂ ਤੁਸੀਂ ਆਪਣਾ ਸੈਕੰਡ ਮੌਕ ਦਿੱਤਾ ਹੈ ਤਾਂ ਆਈ ਹੋਪ ਉਹ ਵੀ ਤੁਹਾਨੂੰ ਵਧੀਆ ਲੱਗਿਆ ਹੋਏਗਾ, ਈਜ਼ੀ ਲੱਗਿਆ ਹੋਏਗਾ, ਸਾਰੇ ਕੁਐਸਚਨਸ ਡੂਏਬਲ ਹੋਣਗੇ ਹਨਾ। ਤੇ ਫਟਾਫਟ ਸਟਾਰਟ ਕਰ ਲੈਂਦੇ ਆ ਉਹਦੇ ਡਿਸਕਸ਼ਨ ਦੇ ਨਾਲ ਤਾਂ ਕਿ ਤੁਹਾਨੂੰ ਫਟਾਫਟ ਪਤਾ ਚੱਲ ਜਾਏ ਕਿ ਤੁਸੀਂ ਸਹੀ ਅਟੈਂਪਟ ਕੀਤੇ ਨੇ ਜਾਂ ਨਹੀਂ ਕੀਤੇ ਐਂਡ ਜਿਨ੍ਹਾਂ ਵਿੱਚ ਵੀ ਪ੍ਰੋਬਲਮ ਆਈ ਹੋਏਗੀ ਉਹਦਾ ਡਿਟੇਲ ਸੋਲੂਸ਼ਨ ਤੁਹਾਨੂੰ ਦੱਸ ਦੇਗਾ ਕਿ ਤੁਸੀਂ ਕੁਐਸਚਨ ਕਿੱਦਾਂ ਅਟੈਂਪਟ ਕਰਨਾ ਸੀ। ਠੀਕ ਹੈ ਜੀ, ਚਲੋ ਦੇਖਦੇ ਹਾਂ ਫਰਸਟ ਕੁਐਸਚਨ। ਓਕੇ ਜੀ, ਪਹਿਲਾ ਕੁਐਸਚਨ ਇੱਥੇ ਫਿਰ ਉਹੀ ਹੈ ਬਲੱਡ ਰਿਲੇਸ਼ਨਸ ਦਾ। ਇਹਦੇ ਵਿੱਚ ਤੁਹਾਨੂੰ ਕਹਿੰਦਾ देयर आर 8 ਮੈਂਬਰਸ A B C D E F G H, 3 ਮੈਰਿਡ ਕਪਲਸ ਨੇ, 3 ਜਨਰੇਸ਼ਨਸ ਨੇ। B ਇਜ਼ ਦਾ ਸਿਸਟਰ ਆਫ A। ਤੇ ਇੱਥੇ ਆਪਾਂ ਬਣਾ ਦਿੰਦੇ ਆ B ਜਿਹੜੀ ਹੈਗੀ ਹੈ ਸਿਸਟਰ ਹੈਗੀ ਸੀ A ਦੀ। ਦੈਨ D ਇਜ਼ ਦਾ ਬ੍ਰਦਰ ਆਫ G। D ਜਿਹੜਾ ਭਰਾ ਹੈਗਾ G ਦਾ। D has only one son, D ਦਾ ਸਿਰਫ ਇੱਕੋ son ਹੈਗਾ। F is the wife of D, F ਜਿਹੜੀ ਹੈ ਵਾਈਫ ਹੈਗੀ ਹੈ D ਦੀ। F is daughter of B। ਹੁਣ ਇਹ ਜਿਹੜੀ F ਹੈਗੀ ਹੈ ਡਾਟਰ ਕਿਹਦੀ ਸੀ B ਦੀ, ਤੇ ਮਤਲਬ B ਨੂੰ ਆਪਾਂ ਉੱਪਰ ਪਹੁੰਚਾ ਦਿੰਨੇ ਆ ਇੱਧਰ। ਔਰ ਫਿਰ B ਦਾ ਸਿਬਲਿੰਗ ਕੌਣ ਹੈਗਾ A। ਚਲੋ ਨੈਕਸਟ ਹੁਣ ਦੇਖੋ ਇੱਥੇ ਤੁਹਾਨੂੰ ਕੀ ਕਹਿ ਰਿਹਾ ਹੈ F is the wife of D, F is the daughter of B, A is brother-in-law of H। ਹੁਣ ਉਹ ਕਹਿ ਰਿਹਾ A ਜਿਹੜਾ ਹੈਗਾ ਉਹ brother-in-law ਕਿਹਦਾ ਹੈ H ਦਾ, ਤੇ that means H ਫਿਰ ਕੀ ਬਣ ਜਾਏਗਾ B ਦਾ husband। ਚਲੋ ਨੈਕਸਟ I is daughter-in-law of F। I ਜਿਹੜੀ ਹੈਗੀ ਹੈ ਉਹ daughter-in-law ਕਿਹਦੀ ਹੈਗੀ ਹੈ F ਦੀ ਹੈਗੀ ਹੈ। ਤੇ ਦੇਖੋ F ਦੀ daughter-in-law ਮਤਲਬ ਉਹਨਾਂ ਦੇ ਬੇਟੇ ਦੀ ਵਾਈਫ, ਤੇ ਉਹ ਕੌਣ ਹੋ ਜਾਏਗੀ I। ਹੁਣ ਦੇਖੋ ਇੱਕੋ ਪਰਸਨ ਰਹਿ ਗਿਆ ਤੇ ਇੱਕੋ ਪਰਸਨ ਜਿਹੜਾ ਰਹਿ ਗਿਆ ਉਹ ਆਪਾਂ I ਦਾ ਹਸਬੈਂਡ ਬਣਾ ਦਿੰਦੇ ਆ। ਕੌਣ ਬਚਿਆ ਸਾਡੇ ਕੋਲ C ਬਚ ਗਿਆ ਤੇ ਉਹ ਤੁਹਾਡਾ ਇੱਥੇ ਆ ਜਾਏਗਾ। ਤੇ ਦੇਖੋ ਕਿੰਨੇ ਪਰਸਨਸ ਹੋ ਗਏ 8 ਪਰਸਨਸ ਹੋ ਗਏ, ਸਾਰੇ ਲੱਗ ਗਏ ਨੇ ਹਨਾ। G ਦਾ ਬਸ ਸਾਨੂੰ ਜੈਂਡਰ ਕਲੀਅਰ ਨਹੀਂ ਹੈ। ਤੇ ਕਹਿ ਰਿਹਾ ਹਾਊ ਮਨੀ ਮੇਲ ਮੈਂਬਰਸ ਇਨ ਅ ਫੈਮਿਲੀ। ਇਸ ਫੈਮਿਲੀ ਵਿੱਚ ਮੇਲ ਮੈਂਬਰਸ ਕਿੰਨੇ ਨੇ ਉਹ ਦੱਸਣੇ ਨੇ। ਤੇ ਇੱਥੇ ਦੱਸੋ ਕਰੈਕਟ ਆਨਸਰ ਆਪਸ਼ਨ ਕੀ ਹੋਏਗਾ। ਓਬਵੀਅਸਲੀ ਗੱਲ ਹੈ ਕਿ D ਆਪਸ਼ਨ ਹੋਏਗਾ ਕਿਉਂਕਿ ਮੈਨੂੰ G ਦਾ ਜੈਂਡਰ ਨਹੀਂ ਪਤਾ ਹਨਾ, ਤੇ ਉਸ ਹਿਸਾਬ ਨਾਲ ਮੈਂ ਨਹੀਂ ਦੱਸ ਸਕਦੀ ਕਿ ਮੇਲ ਕਿੰਨੇ ਹੈਗੇ ਸੀ ਫੀਮੇਲਸ ਕਿੰਨੀਆਂ ਨੇ, ਰਾਈਟ। ਨੈਕਸਟ ਦੇਖਦੇ ਹਾਂ who among the following is father in law of I। ਹਾਂਜੀ I ਦਾ father in law ਕੌਣ ਹੈ ਇਹਨਾਂ ਵਿੱਚੋਂ, ਤੇ I ਦਾ father in law ਹੈਗਾ ਸੀ D, ਤੇ ਇੱਥੇ ਕਰੈਕਟ ਆਨਸਰ ਆਪਸ਼ਨ ਹੋ ਜਾਏਗਾ A D। ਤੁਸੀਂ ਪਿਛਲਾ ਜਿਹੜਾ ਡਾਇਗਰਾਮ ਹੈਗਾ ਰਿਲੇਟ ਕਰ ਸਕਦੇ ਹੋ। How is C related to G। ਹੁਣ C ਦਾ ਰਿਲੇਸ਼ਨ ਦੱਸਣਾ ਹੈ ਅਸੀਂ G ਦੇ ਨਾਲ, ਤੇ ਆਨਸਰ ਇੱਥੇ ਕਰੈਕਟ ਆ ਰਿਹਾ ਤੁਹਾਡਾ ਆਪਸ਼ਨ ਨੰਬਰ B nephew। ਠੀਕ ਹੈ, C G ਦਾ ਕੀ ਲੱਗ ਰਿਹਾ nephew ਲੱਗ ਰਿਹਾ, ਸੋ ਵੀ ਤੁਹਾਡਾ ਕਰੈਕਟ ਆਨਸਰ। ਚਲੋ ਨੈਕਸਟ ਦੇਖਦੇ ਹਾਂ। ਹੁਣ ਇਹ ਤੁਹਾਡੇ ਕੋਲ ਸੀਰੀਜ਼ ਚੱਲ ਰਹੀ ਹੈ, ਅਲਫਾਬੈਟਿਕਲ ਔਰ ਨੰਬਰਸ ਦੋਨੋਂ ਚੱਲਦੇ ਪਏ ਨੇ, ਤੇ ਤੁਸੀਂ ਦੇਖਣਾ ਕਿ ਕੁਐਸਚਨ ਮਾਰਕ ਦੀ ਜਗ੍ਹਾ ਕੀ ਆਏਗਾ। ਠੀਕ ਹੈ ਜੀ, ਤੇ ਦੇਖੋ ਇੱਥੇ A1 ਹੋ ਗਿਆ, C3 ਹੋ ਗਿਆ, ਤੇ 2 4 ਲਿਖਿਆ ਹੀ ਹੋਇਆ ਹੈ। E5 G7 ਤੇ 20 ਲਿਖਿਆ ਹੋਇਆ ਹੈ। J10 L12 ਤੇ 15 ਲਿਖਿਆ ਹੋਇਆ ਹੈ। ਤੇ ਹੁਣ ਅਸੀਂ ਦੇਖਣਾ ਕਿ ਅਗਲਾ ਤੁਹਾਡਾ ਸੀਰੀਜ਼ ਦੇ ਵਿੱਚ ਟਰਮ ਕਿਹੜਾ ਬਣੇਗਾ। ਤੇ ਦੇਖੋ ਇਹਦੇ ਵਿੱਚ ਅਗਰ ਆਪਾਂ ਕੰਪੇਅਰ ਕਰੀਏ ਤੇ ਪਹਿਲਾ ਨੰਬਰ ਦੇਖੋ ਕਿੱਦਾਂ ਬਣ ਰਿਹਾ ਹੈ 1 ਤੋਂ 5 5 ਤੋਂ 10, ਤੇ 1 ਤੋਂ 5 ਕਿੱਦਾਂ ਬਣਿਆ +4, ਫਿਰ 5 ਤੋਂ 10 ਕਿੱਦਾਂ ਬਣਿਆ +5, ਤੇ ਅਗਲਾ ਕਿੰਨਾ ਹੋ ਜਾਏਗਾ +6, ਤੇ 10 + 6 ਕਿੰਨਾ ਹੋ ਗਿਆ 16। ਹੁਣ ਸੈਕਿੰਡ ਅਗਰ ਦੇਖੀਏ 3 7 12, ਤੇ 3 ਤੋਂ 7 ਫਿਰ +4 ਫਿਰ +5, ਤੇ ਅਗਲਾ ਕੀ ਹੋ ਜਾਏਗਾ +6, ਤੇ 12 + 6 18। और अगर नंबर्स देखिए तो की है 24 20 15, तो -4 -5 ਤੇ ਅਗਲਾ ਕਿੰਨਾ ਹੋ ਜਾਏਗਾ -6, ਤੇ ਕਿੰਨਾ ਆਏਗਾ 9। ਤੇ 16th और 18th ਜਿਹੜਾ ਹੈਗਾ ਉਹ ਲੈਟਰ ਬਣਾਉਣਾ ਹੈ, ਤਾਂ ਕੀ ਹੁੰਦਾ P और R, ਨੰਬਰ ਤੁਹਾਡਾ 9 ਹੀ ਹੈ, ਤੇ ਆਪਸ਼ਨ ਨੰਬਰ B ਇਹ ਹੈਗਾ ਤੁਹਾਡਾ ਕਰੈਕਟ ਆਨਸਰ। ਨੈਕਸਟ ਓਕੇ, ਡਾਇਰੈਕਸ਼ਨ ਦੇ ਉੱਤੇ ਕੁਐਸਚਨ ਹੈਗਾ ਤੁਹਾਡਾ, ਉਹਦੇ ਉੱਤੇ 3 ਕੁਐਸਚਨਸ ਬੇਸਡ ਨੇ, ਤੇ ਫਟਾਫਟ ਇਹਨੂੰ ਆਪਾਂ ਬਣਾ ਲੈਂਦੇ ਆ। ਕੀ ਲਿਖਿਆ ਹੈ a person starts walking from point X in north direction। ਤੇ ਮੰਨ ਲਓ ਇਹ X ਹੈਗਾ ਪੁਆਇੰਟ, ਨਾਰਥ ਵੱਲ ਚੱਲਣਾ ਸ਼ੁਰੂ ਕੀਤਾ ਉਹਨੇ। 8 ਕਿਲੋਮੀਟਰ ਮਤਲਬ ਚੱਲਣ ਤੋਂ ਬਾਅਦ ਉਹ A ਪੁਆਇੰਟ ਪਹੁੰਚ ਜਾਂਦਾ ਹੈ। and then he takes a right turn and covers 4 ਕਿਲੋਮੀਟਰ, ਤੇ ਰਾਈਟ ਲੈ ਕੇ 4 ਕਿਲੋਮੀਟਰ ਕਵਰ ਕਰਦਾ ਹੈ। after that he takes left turn and covers 3 ਕਿਲੋਮੀਟਰ to reach point B, ਤੇ ਲੈਫਟ ਲੈ ਕੇ 3 ਕਿਲੋਮੀਟਰ ਬਾਅਦ B ਪੁਆਇੰਟ ਆਉਂਦਾ ਹੈ। finally he takes a left turn and walks 10 ਕਿਲੋਮੀਟਰ to reach point Y, ਤੇ ਲੈਫਟ ਲੈ ਕੇ
पॉइंट वाई ते पहुंचता है और कितना किलोमीटर चलता है 10 किलोमीटर। हुण पुछदा है फाइंड आउट द टोटल डिस्टेंस ही कवर्ड फ्रॉम हिज फर्स्ट टर्न टू हिज फाइनल पोजीशन। ठीक है जी, तो हुण तुसीं देखो किदे विच ओ लभना डिस्टेंस लभना है। पहला टर्न उन्हें इत्थों लिता सी, ठीक है, और फाइनल ਜਿਹੜਾ ਹੈਗਾ ਉਹ ਇੱਥੇ ਹੈਗਾ ਤੇ that means ਸਾਨੂੰ ਇਹਦੇ ਵਿੱਚ ਦੀ ਦੂਰੀ ਲੱਭਣੀ ਹੈ ਤੇ that means ਇਹਨੂੰ ਮੈਂ ਪਹਿਲੇ ਕੀ ਕਰਦੀ ਹਾਂ ਜੁਆਇਨ ਕਰ ਲੈਣੀ ਆ ਇਹ ਚੀਜ਼ ਹੈ ਨਾ। ਤੇ ਇਹਦੇ ਅਗੇਂਸਟ ਹੁਣ ਇੱਥੇ ਆਪਾਂ 90 ਡਿਗਰੀ ਦਾ ਟ੍ਰਾਇੰਗਲ ਬਣਾਉਂਦੇ ਆ। ਠੀਕ ਹੈ, ਸੋ ਹੁਣ ਦੇਖੋ ਇਹ ਜਿਹੜੀ ਚੀਜ਼ ਹੈ ਉਹ ਕਿੰਨੀ ਹੋ ਗਈ 3, ਇਹ ਜਿਹੜੀ ਹੈਗੀ ਸੀ ਉਹ ਕਿੰਨੀ ਹੋ ਗਈ 4, 10 ਵਿੱਚੋਂ 4 ਗਏ ਤੇ 6 ਬਚ ਗਏ। ਠੀਕ ਹੈ, ਤੇ 3 और 6 ਦਾ ਹੁਣ ਅਗਰ ਅਸੀਂ ਉਹ ਕੱਢੀਏ ਤੇ ਦੇਖੋ ਇੱਥੇ ਕਿੰਨਾ ਬਣਦਾ ਹੈ। ओके सॉरी गलती नाल मैं इथे वो पढ़ लिया सी शॉर्टेस्ट डिस्टेंस, शॉर्टेस्ट नहीं इन्हें पूछा, इन्हें पूछे टोटल डिस्टेंस है ना। तो टोटल डिस्टेंस दैट मींस ਅਸੀਂ ਇਸ ਪੁਆਇੰਟ ਤੋਂ ਲੈ ਕੇ ਉਹ ਐਂਡ ਪੁਆਇੰਟ ਤੱਕ ਜਿੰਨਾ ਕਿਲੋਮੀਟਰ ਚੱਲਿਆ ਉਨਾ ਦੇਖਣਾ ਹੈ। ਸੋ ਇੱਥੇ ਆਪਾਂ ਇਹ ਚੀਜ਼ ਹਟਾ ਦਿੰਨੇ, ਸ਼ਾਰਟੇਸਟ ਨਹੀਂ ਲੱਭਣਾ। ਤੇ ਆਪਾਂ ਦੱਸਣਾ ਸੀ ਟੋਟਲ। ਹਾਂਜੀ, ਤੇ ਟੋਟਲ ਤੇ ਦੇਖੋ ਕਿੰਨਾ ਪਹਿਲੇ ਟਰਨ ਲੈ ਕੇ 4 ਕਿਲੋਮੀਟਰ ਚੱਲਿਆ है ना, उस तो बाद 3 किलोमीटर चलिया, फिर 10 किलोमीटर चलिया, 17 हो गया। सो इत्थे करेक्ट आंसर ऑप्शन तुहाडा की हो जाएगा ऑप्शन नंबर बी 17। नेक्स्ट फाइंड आउट द शॉर्टेस्ट डिस्टेंस बिटवीन पॉइंट ए एंड पॉइंट बी। ਹੁਣ पॉइंट ए और पॉइंट बी ਦੇ ਵਿੱਚ ਦਾ ਸ਼ਾਰਟੇਸਟ ਡਿਸਟੈਂਸ ਲੱਭਣਾ ਹੈ ਤੇ ਮੈਂ ਡਾਇਗਰਾਮ ਤੁਹਾਡੇ ਵਾਸਤੇ ਫਟਾਫਟ ਬਣਾ ਦਿੰਨੀ ਆ ਫਿਰ ਤੋਂ। हाँ जी, तो ए और बी ਦੇ ਵਿੱਚ ਦਾ ਡਿਸਟੈਂਸ ਲੱਭਣਾ ਹੁਣ ਅਸੀਂ ਸ਼ਾਰਟੇਸਟ ਤੇ ਇੱਥੇ ਅਗਰ ਇਹਨੂੰ ਇਦਾਂ ਜੁਆਇਨ ਕਰ ਦਈਏ है ना, ਤੈਅ ਹੋ ਗਿਆ। ਤੇ ਦੇਖੋ ਇਹ ਤੁਹਾਡਾ 3 ਹੈ, ਬੇਸ ਤੁਹਾਡਾ 4 ਹੈ ਤੇ ਇਹ ਤੁਹਾਡਾ ਕਿੰਨਾ ਆ ਜਾਏਗਾ 5 ਆ ਜਾਏਗਾ। ਤੇ ਇੱਥੇ ਕਰੈਕਟ ਆंसर ਆਪਸ਼ਨ ਤੁਹਾਡਾ ਹੋ ਗਿਆ 5। अगला क्वेश्चन पूछ रहा है व्हाट इज द डायरेक्शन ऑफ पॉइंट y विद रिस्पेक्ट टू a। ਤੇ y ਪੁਆਇੰਟ ਨੂੰ ਦੱਸਣਾ ਹੈ ਵਿਦ ਰਿਸਪੈਕਟ ਟੂ a। ਤੇ ਇਸ ਸਾਈਡ ਹੈਗੀ ਹੈ ਡਾਇਰੈਕਸ਼ਨ ਤੇ ਦੇਖੋ ਇਹ ਡਾਇਰੈਕਸ਼ਨ ਕੀ ਜਿਹੜੀ ਹੁੰਦੀ ਹੈ ਤੁਹਾਡੀ ਨਾਰਥ ਵੈਸਟ। ਤੇ ਇੱਥੇ ਕਰੈਕਟ ਆंसर ਆਪਸ਼ਨ ਹੋ ਜਾਏਗਾ ਬੀ ਆਪਸ਼ਨ ਨਾਰਥ ਵੈਸਟ। ਠੀਕ ਹੈ ਜੀ, ਹਾਂਜੀ ਹੁਣ ਦੇਖੋ ਨੈਕਸਟ ਦੇਖਦੇ ਹਾਂ ਆਪਾਂ ਇੱਥੇ ਕੁਐਸਚਨ ਤੁਹਾਨੂੰ ਦਿੱਤਾ ਹੋਇਆ ਵੇ 8 ਪਰਸਨਸ ਹੈਗੇ ਨੇ they are sitting in a row facing towards the north direction। ठीक है जी, सिंगल रो का क्वेश्चन है, इत्थे रो बना लेने पहले। 8 पर्सनस ने 8 पोजीशन मार्क करते हैं 1 2 3 4 5 6 7 8। उस तो बाद कहता है O sits fourth to the right of Q and both Q and O do not sit at end of the row। ठीक है, तो एंड ते बिठाना नहीं उन्होंने। ठीक है, तो एंड के अलावा अगर आप ट्राई करिए कि कितने कितने बैठ सकते हैं तो O sits fourth right of Q। तो अगर मैं Q ਨੂੰ ਇੱਥੇ ਬਿਠਾਨੀ ਆ ਤੇ 1 2 3 4 ਉਹ ਇੱਥੇ ਆਂਦਾ ਜਾਂ ਫਿਰ ਅਗਰ ਮੈਂ Q ਨੂੰ ਇੱਥੇ ਬਿਠਾਨੀ ਆ ਤੇ 1 2 3 4 ਉਹ ਇੱਥੇ ਆਂਦਾ। ਇਹ ਦੋ ਕੇਸਿਸ ਬੰਦੇ ਨੇ ਤੇ ਇਹਨਾਂ ਵਿੱਚ ਹੀ ਅੱਗੇ ਆਪਾਂ ਇਨਫੋਰਮੇਸ਼ਨ ਦੇਖ ਲੈਣੇ ਆ। more than 3 person sits between Q and S। ਚਲੋ ਇਹ ਲੈ ਛੱਡ ਦਿੰਨੇ ਆ, ਅੱਗੇ ਦੇਖਦੇ ਆ N sits on immediate left of R ਤੇ N R ਇਦਾਂ ਇਕੱਠਾ ਆਏਗਾ। only one person sit between T and S। T और S ਦੇ ਵਿੱਚ ਇੱਕ ਪਰਸਨ ਹੈਗਾ। P sits to the right of M ਤੇ M ਦੀ ਰਾਈਟ ਸਾਈਡ ਤੇ ਕਿਤੇ ਤੁਸੀਂ P ਬਿਠਾਣਾ ਹੈ and S does not sit at any of the end of the row। ਠੀਕ ਹੈ, S ਵੀ end ਤੇ ਨਹੀਂ ਹੈਗਾ। ਹੁਣ ਦੇਖੋ Q और S ਦੇ ਵਿੱਚ 3 ਤੋਂ ਜ਼ਿਆਦਾ ਬੰਦੇ ਬਿਠਾਣੇ ਨੇ ਤੇ ਅਗਰ Q ਇੱਥੇ ਹੈਗਾ ਹੈ ਨਾ ਤੇ 1 2 3 4 मतलब 3 ਤੋਂ ਜ਼ਿਆਦਾ ਬੰਦੇ ਬਿਠਾਣੇ ਨੇ ਤੇ ਫਰਸਟ ਕੇਸ ਵਿੱਚ ਦੇਖੋ S ਇੱਥੇ ਆਏਗਾ ਕਿਉਂਕਿ ਉਹਨੇ ਬੋਲਿਆ S ਜਿਹੜਾ ਹੈਗਾ ਐਂਡ ਤੇ ਆ ਨਹੀਂ ਸਕਦਾ। ਤੇ ਉਸ ਤੋਂ ਬਾਅਦ ਆਖਰੀ ਪੋਜੀਸ਼ਨ ਫਿਰ ਕਿੱਥੇ ਬਚੀ ਸੀ S ਨੂੰ ਆਖਰੀ ਤੇ ਰੱਖਣ ਦੀ, ਜੋ ਕਿ ਉਹਨੇ ਐਂਡ ਤੇ ਆਣਾ ਨਹੀਂ ਸੀ। ਤੇ 3 ਤੋਂ ਜ਼ਿਆਦਾ ਪਰਸਨ ਰੱਖਣ ਲਈ S ਮੈਨੂੰ ਇੱਥੇ ਹੀ ਰੱਖਣਾ ਪਏਗਾ। ਔਰ ਅਗਰ ਮੈਂ Q ਥੱਲੇ ਵਾਲੇ ਉਹਦੇ ਵਿੱਚ ਦੇਖਦੀ ਹਾਂ ਕੇਸ ਵਿੱਚ ਤੇ 1 2 3 है ना, 3 पोजीशंस तो बाद O है ऑलरेडी
और उस तो ज्यादा अगर मैं वेखा तो एस मैनू आखिरी ते रखना पैना जो कि उन्हें अलाउ नहीं किया, एंड ते नहीं रख सकते। तो मतलब नीचे वाला केस तुहाडा की बन रहा गलत बन रहा, तो उन्होंने आपां खत्म कर दिंदे आ। चलो अगला हाँ जी, अगला उन्हें पॉइंट क्या सी कि टी और एस दे विच एक पर्सन बिठाना है, तो ऑब्वियसली फिर टी मैं कित्थे बिठावांगी, इत्थे बिठावांगी ताकि टी और एस दे विच एक पर्सन आ जाए, है ना। फिर एन और आर कट्ठे कट्ठे बिठाने वास्ते किहड़ी जगह बची है मेरे को, ए वाली पोजीशन बची है एन और आर वास्ते, है ना। और उस तो बाद उन्हें बोलिया कि एम और पी जिहड़ा है वो किद्दां आना चाहिए ना, पी एम दे राइट वाली साइड आना चाहिए, तो मतलब एम इत्थे आएगा तो पी इत्थे आएगा, तो इस तरीके नाल तुहाडी अरेंजमेंट बन जाती है। ठीक है जी, हुण देख लेना कि उन्हें क्वेश्चन की पूछा है। उन्हें क्वेश्चन पूछा है हाउ मेनी पर्सन सिट बिटवीन आर एंड एम, आर और एम दे विच किन्ने बंदे बैठे हुए ने, तो करेक्ट आंसर की हैगा वे किन्ने बंदे बैठे ने, 2 बंदे, तो ऑप्शन नंबर बी। हु अमंग द फॉलोइंग सिट्स एट द इमीडिएट राइट ऑफ पी, तो पी दे इमीडिएट राइट ते कौन बैठा है, कोई भी नहीं बैठा हुआ है, इस करके करेक्ट आंसर ऑप्शन की है, ऑप्शन डी नो वन। चलो अगला क्वेश्चन देखते हैं। अगले क्वेश्चन में देखो तुहानू सीरीज दी हुई है ना, सो 4 11 30 67 128, तो अगला टर्म आपां लभना है कि अगली टर्म साडी की बनेगी, तो हाँ जी इहदे विच करेक्ट आंसर तुहाडा देखो की बनेगा, देखो इत्थे की चल रही है, जिहड़ी टर्म्स चल रही ने इदां चल रही ने, 4 उन्हें किद्दां बनाया 1 दा क्यूब करके +3 करता, ठीक है। 11 किद्दां बने 2 दा क्यूब विच +3, 30 किद्दां बने 3 दा क्यूब विच +3 किता है, तो फिर 4 दा क्यूब +3, 5 दा क्यूब +3, 6 दा क्यूब +3 कितना बन जाएगा, आंसर ऑप्शन ए 219। चलो जी नेक्स्ट कोडिंग दी कोडिंग है न्यूरोटिक, ना उन्हें की बनाया है TICRONEU, तो आप इन्हां दी फॉर्मेशन देख लेने कि उन्होंने किद्दां इंटरचेंजिंग की हुई है, तो देखो पहले ये वाला TIC जिहड़ा है वो तो इत्थे आ गया, ठीक है। उस तो बाद जिहड़ा NEU है वो एंड विच चला गया, ते RO विच जिहड़ा हैगा वे वो सेम दा सेम इदां ही विच है ना। तो हुण इदां ही अगर मैं साइकोटिक बनाना है तो साइकोटिक दा PSY इत्थे चला जाएगा, ठीक है। TIC अगे आ जाएगा, है ना, और विच जिहड़ा CHO है वो उदा दा उदा ही आ जाएगा, तो देख लेने कि ये वाली ऑप्शन साडे कोल कित्थे हैगी है, ऑप्शन नंबर बी विच, तो करेक्ट आंसर है ऑप्शन नंबर बी। हाँ जी अगला हम देखो तुहानू कह रहे तुहानू स्टेटमेंट दित्तियां ने, कंक्लूजन दसने ने, फॉर प्रोटेक्शन ऑफ इंडियन म्यूजियम सेंट्रल गवर्नमेंट इज रिस्पॉन्सिबल, विक्टोरिया मेमोरियल हॉल इज नेशनल प्रॉपर्टी, ठीक है। तो कंक्लूजन कह रहे हैं इंडियन म्यूजियम इज नेशनल प्रॉपर्टी, और सेकंड कह रहे हैं हिस्टोरिकल प्रॉपर्टी ऑफ नेशन इज प्रोटेक्टेड बाय द सेंट्रल गवर्नमेंट, तो हाँ जी तुसीं दसो कि इहदे विच आपां की कंक्लूड कर सकते हैं। देखो ना तो आप कर सकते हैं कि इंडियन म्यूजियम नेशनल प्रॉपर्टी होगी, है ना, तो ना ही आप इदा का उन्हें कुछ लिखे कि हिस्टोरिकल प्रॉपर्टी ऑफ नेशन जी है सेंट्रल गवर्नमेंट प्रोटेक्ट करती है, तो कुछ भी इन्फर नहीं कर सकते, तो इस करके ऑप्शन नंबर डी इत्थे करेक्ट आंसर है। अगला क्वेश्चन कहता है सोनू's brother Monu 536 days older to him while his sister Tonu 75 weeks older to Monu, so if Tonu was born on Wednesday, on which day was Sonu born, ठीक है। तो देखो टोनू कदों बॉर्न होया सी वेडनेसडे नू, ठीक है। हुण मोनू जिहड़ा है 536 डेज ओल्डर टू सोनू है, सोनू तो 536 डेज ओल्डर हैगा वे मोनू, ठीक है।
और ਜਿਹੜੀ ਟੋਨੂ ਹੈਗੀ ਹੈ ਉਹ 75 ਵੀਕਸ 올ਡਰ ਹੈਗੀ ਹੈ ਮੋਨੂ ਤੋਂ। तो मोनू तो 75 वीक्स ओल्ड कौन हैगी है टोनू। ਹੁਣ ਇਹ ਜਿਹੜੀ ਟੋਨੂ ਹੈਗੀ ਹੈ ਉਹ ਵੈਡਨਸਡੇ ਨੂੰ ਤੁਹਾਡੀ ਹੋਈ ਸੀ ਬੋਰਨ ਹੈ ਨਾ, ਤੇ ਇਸ ਕਰਕੇ ਹੁਣ ਇਹ ਜਿਹੜੀ ਮਤਲਬ ਆਪਾਂ ਵੈਡਨਸਡੇ ਨੂੰ ਵਿੱਚ ਉਹ ਲੈ ਕੇ ਚੱਲਣਾ ਵੇ ਰੈਫਰੈਂਸ, ਔਰ ਉਸ ਤੋਂ ਆਪਾਂ ਦੇਖਣਾ ਵੇ ਕਿ ਜਿਹੜਾ ਸੋਨੂ ਹੈਗਾ ਵੇ ਉਹ ਕਦੋਂ ਬੋਰਨ ਹੋਇਆ ਸੀ। ਠੀਕ ਹੈ ਜੀ। ਹਾਂਜੀ ਤੇ ਦੇਖੋ ਕੁਐਸਚਨ ਦੇ ਅਕੋਰਡਿੰਗਲੀ ਅਗਰ ਆਪਾਂ ਦੇਖੀਏ ਕਿ ਸਭ ਤੋਂ ਜ਼ਿਆਦਾ ਯੰਗੈਸਟ ਕੌਣ ਹੈਗਾ ਸੀ, ਮਤਲਬ ਸਭ ਤੋਂ ਜ਼ਿਆਦਾ ਛੋਟਾ ਕੌਣ ਹੈਗਾ ਸੀ, ਤੇ ਵੇਖਿਆ ਜਾਏ ਤੇ ਸੋਨੂ ਸਭ ਤੋਂ ਛੋਟਾ ਹੈ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਮੋਨੂ, ਉਸ ਤੋਂ ਬਾਅਦ ਟੋਨੂ ਜਿਹੜਾ ਹੈਗਾ ਉਹ 올ਡੈਸਟ ਹੈਗਾ। ਠੀਕ ਹੈ ਜੀ। ਹੁਣ ਏਦਾਂ ਮੰਨ ਲੈਂਦੇ ਆ ਕਿ ਸੋਨੂ ਜਿਹੜਾ ਹੈਗਾ ਮੰਨ ਲਓ ਐਕਸ ਡੇ ਨੂੰ ਬੋਰਨ ਕੀਤਾ ਸੀ। ਠੀਕ ਹੈ ਜੀ। ਤੇ ਹੁਣ ਮੋਨੂ ਜਿਹੜਾ ਹੈਗਾ ਵੇ ਉਹ ਕਦੋਂ ਬੋਰਨ ਹੋਇਆ ਹੋਏਗਾ, x - 536 ਡੇਜ਼ ਹੈ ਨਾ, x ਵਿੱਚੋਂ 536 ਡੇਜ਼ ਪਹਿਲਾਂ ਅਗਰ ਮਾਈਨਸ ਕਰਦੀ ਤਾਂ ਉਦੋਂ ਮੋਨੂ ਪੈਦਾ ਹੋਇਆ ਸੀ। ਠੀਕ ਹੈ ਜੀ। ਔਰ ਅਗਰ ਆਪਾਂ ਹੁਣ ਗੱਲ ਕਰੀਏ ਕਿ ਟੋਨੂ ਕਦੋਂ ਪੈਦਾ ਹੋਇਆ ਸੀ, ਤੇ ਟੋਨੂ ਪੈਦਾ ਹੋਇਆ ਸੀ x ਵਿੱਚੋਂ 536 ਡੇਜ਼ ਤੋਂ ਪਹਿਲਾਂ, ਮਤਲਬ ਮੋਨੂ ਹੋਇਆ, ਔਰ ਉਸ ਤੋਂ ਵੀ ਮਤਲਬ 52 ਵੀਕਸ ਪਹਿਲਾਂ ਕੌਣ ਹੋਇਆ ਸੀ, ਤੁਹਾਡਾ ਟੋਨੂ ਪੈਦਾ ਹੋਇਆ ਸੀ। ਤੇ 52 ਵੀਕਸ ਨੂੰ ਅਗਰ ਮੈਂ 75 ਵੀਕਸ ਨੂੰ ਅਗਰ ਮੈਂ ਕਨਵਰਟ ਕਰ ਲਾਂ ਡੇਜ਼ ਦੇ ਵਿੱਚ ਤੇ ਕਿੰਨਾ ਬਣਦਾ ਤੁਹਾਡਾ 525 ਡੇਜ਼ ਹੈ ਨਾ, ਅਗਰ ਮੈਂ ਡੇਜ਼ ਵਿੱਚ ਦੇਖ ਲਾਂ ਸੋ ਇੱਥੇ ਤੁਹਾਡੇ ਬਣ ਜਾਂਦੇ ਨੇ 525 ਡੇਜ਼ ਹੈ ਨਾ। ਹੁਣ ਦੇਖੋ ਅਗਰ ਆਪਾਂ ਇਸ ਇਕੁਏਸ਼ਨ ਨੂੰ ਪੂਰਾ ਸੋਲਵ ਕਰਕੇ ਦੇਖ ਲਈਏ ਤੇ x - 1061 ਤੁਹਾਨੂੰ ਕੀ ਦਿੱਤਾ ਹੋਇਆ ਵੇ, ਵੈਡਨਸਡੇ ਦਿੱਤਾ ਹੋਇਆ ਵੇ ਹੈ ਨਾ। ਤੇ ਹੁਣ ਇਹ ਅਗਰ ਸਪੋਜ਼ ਤੁਸੀਂ x ਦੀ ਵੈਲਿਊ ਕੱਢਣੀ ਹੈ, x ਦੀ ਵੈਲਿਊ ਕੀ ਆ ਜਾਏਗੀ, ਇਹਦੇ ਵਿੱਚ ਉਹੀ ਸੇਮ ਮਤਲਬ ਤੁਸੀਂ ਆਪਣਾ ਉਹ ਕਰਕੇ ਦੇਖ ਸਕਦੇ ਹੋ, ਔਡ ਡੇਜ਼ ਕੱਢ ਕੇ ਦੇਖ ਸਕਦੇ ਹੋ, ਔਡ ਡੇਜ਼ ਤੁਹਾਡਾ 0 ਆ ਜਾਏਗਾ ਹੈ ਨਾ, ਤੇ ਇੱਥੇ ਆਨਸਰ ਆਪਸ਼ਨ ਤੁਹਾਡਾ ਬਣ ਜਾਏਗਾ ਆਪਸ਼ਨ ਨੰਬਰ B ਸੰਡੇ। ਅਗਲਾ ਹੁਣ ਕਹਿ ਰਿਹਾ ਵਾਟਰ ਇਮੇਜ ਆਫ ਕਲੌਕ ਇਜ਼ ਸ਼ੋਇੰਗ ਟਾਈਮ 4:42 ਤੇ ਰੀਅਲ ਟਾਈਮ ਕੀ ਹੋਏਗਾ। ਮੈਂ ਤੁਹਾਨੂੰ ਇਹ ਕਿਹਾ ਸੀ ਕਿ ਵਾਟਰ ਇਮੇਜ ਵਾਸਤੇ ਹਮੇਸ਼ਾ ਤੁਸੀਂ ਕੀ ਕਰਨਾ, 6.5 ਵਿੱਚੋਂ ਮਾਈਨਸ ਕਰਨਾ ਹੈ, ਤੇ ਇੱਥੇ ਹੁਣ 6.5 ਵਿੱਚੋਂ 442 ਤੇ ਮਾਈਨਸ ਹੋ ਨਹੀਂ ਸਕਦਾ, ਤੇ ਮੈਨੂੰ ਕਿੰਨਾ ਲੈ ਸਕਦੀ ਹਾਂ 590 ਵੀ ਲੈ ਸਕਦੀ ਹਾਂ। 590 ਵਿੱਚੋਂ 442 ਮਾਈਨਸ ਕਰੋ ਤੇ ਆਨਸਰ ਕਰੈਕਟ ਕਿੰਨਾ ਆਉਂਦਾ ਤੁਹਾਡਾ 148। ਕਰੈਕਟ ਆਨਸਰ ਆਪਸ਼ਨ ਹੋ ਗਿਆ A 148। ਆਖਰੀ ਕੁਐਸਚਨ ਫਾਈਂਡ ਦ ऑड वर्ड आउट। ਤੇ ਹੁਣ ਇਹਦੇ ਵਿੱਚ ਆਪਾਂ ऑड ਦੇਖਣਾ ਹੈ। ਸੋ ਠੀਕ ਹੈ ਜੀ। ਤੇ ਹੁਣ ਇਹਦੇ ਵਿੱਚ ਦੇਖੋ ਅਗਰ ਤੁਸੀਂ ਸਮ ਆਫ ਡਿਜਿਟਸ ਦੇਖੋ ਤੇ ਸਾਰੇ ਦੇ 11 ਬਣ ਰਹੇ ਨੇ। ਦੇਖੋ 5 + 4 9 + 1 + 1 11, 7 2 9 1 1 11, 5 5 10 1 11, पर 3 4 6 और 1 ਨੂੰ ਅਗਰ ਆਪਾਂ ਐਡ ਕਰੀਏ ਤੇ 11 ਨਹੀਂ ਬਣਦਾ, ਤੇ that means ਇਹ ਤੁਹਾਡਾ ਕੀ ਹੋ ਜਾਏਗਾ ऑड वन आउट। ਤੇ ਕਰੈਕਟ ਆਨਸਰ ਆਪਸ਼ਨ ਹੈ D। ਤੇ ਇਹਦੇ ਨਾਲ ਤੁਹਾਡਾ ਮੌਕ ਟੈਸਟ 2 ਦੀ ਡਿਸਕਸ਼ਨ ਖਤਮ ਹੁੰਦੀ ਰੀਜ਼ਨਿੰਗ ਦੀ। ਆਈ ਹੋਪ ਤੁਹਾਨੂੰ ਸਮਝ ਆ ਗਏ ਹੋਣਗੇ ਕੁਐਸਚਨਸ, ਤੇ ਆਪਣੇ ਤੁਸੀਂ ਟੈਲੀ ਕਰ ਲਿਓ। ਮਿਲਦੇ ਆ ਨੈਕਸਟ ਸੈਸ਼ਨ ਵਿੱਚ ਨੈਕਸਟ ਮੌਕ ਦੇ ਨਾਲ। ਠੀਕ ਹੈ। ਤੇ ਟਿਲ ਦੈਨ ਕੀਪ ਪ੍ਰੈਕਟਿਸਿੰਗ ਔਰ ਇਦਾਂ ਹੀ ਤੁਸੀਂ ਜੁੜੇ ਰਹੋ ਸਾਡੇ ਨਾਲ। ਥੈਂਕ ਯੂ ਸੋ ਮਚ।